पंजाब के पूर्व कैबिनेट मंत्री बिक्रम सिंह मजीठिया की ओर से अमृतसर में डिप्टी कमिश्नर के कार्यालय में जाकर एक ज्ञापन दिया गया, जिसमें उन्होंने मांग की कि जिन लोगों ने सरकारी बीज गलत दिया है उनके खिलाफ कानून के हिसाब से बनती कार्रवाई की जाए। वहीं उन्होंने इसके पीछे कांग्रेसी कैबिनेट मंत्री सुखविंदर सिंह सुखी रंधावा का हाथ भी बताया है। वहीं इसके बाद बिक्रम सिंह मजीठिया की ओर से एक प्रेस वार्ता भी की गई, जिसमें उन्होंने कैबिनेट मंत्री सुखी रंधावा पर जमकर निशाना साधा और कहा कि जो लकी नामक व्यक्ति द्वारा सरकारी गलत बीज किसानों को दिया गया है उसमें सुखी रंधावा का भी हाथ है, जिसकी जांच होनी चाहिए और सुखी रंधावा पर बनती कार्रवाई होनी चाहिए। ਜਿਹੜਾ ਪੰਜਾਬ ਦੇ ਅੰਨਦਾਤਾ ਦੇ ਨਾਲ, ਪੰਜਾਬ ਦੇ ਕਿਸਾਨਾਂ ਨਾਲ, ਮਿਹਨਤਕਸ਼ ਕਿਸਾਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਧੋਖਾਧੜੀ ਹੋ ਰਹੀ ਹੈ, ਨਕਲੀ ਬੀਜ ਝੋਨੇ ਦੇ ਉਹਨਾਂ ਨੂੰ ਵੇਚੇ ਜਾ ਰਹੇ ਆ, ਜਿਹਦੇ ਨਾਲ ਕਿਸਾਨੀ ਨੂੰ ਬਹੁਤ ਵੱਡੀ ਢਾਹ ਲੱਗੂਗੀ। ਕਿਸਾਨ ਜਿਹੜਾ ਅੱਗੇ ਜਿਨ੍ਹਾਂ ਤੇ ਕੋਈ 90,000 ਕਰੋੜ ਦੇ ਕਰਜ਼ੇ ਹੇਠ ਨੇ, ਜਦ ਉਹਨਾਂ ਨੂੰ ਨਕਲੀ ਬੀਜ ਵੇਚਿਆ ਜਾਊਗਾ ਉਹ ਹੋਰ ਫਾਈਨੈਂਸ਼ੀਅਲ ਸਟ੍ਰੈਸ 'ਚ, ਫਾਈਨੈਂਸ਼ੀਅਲ ਡਿਸਟ੍ਰੈਸ 'ਚ ਜਾਣਗੇ। ਜਦ ਨਕਲੀ ਬੀਜ ਦੇ ਨਾਲ ਜਦੋਂ ਫਸਲ ਤਿਆਰ ਹੋਊਗੀ ਤੇ ਏਜੰਸੀਆਂ ਉਹ ਫਸਲ ਖਰੀਦਣਗੀਆਂ ਨਹੀਂ ਜਾਂ ਫਸਲ ਠੀਕ ਨਹੀਂ ਨਿਕਲੂਗੀ, ਉਹਦੇ ਨਾਲ ਵੀ ਕਿਸਾਨੀ ਨੂੰ ਬਹੁਤ ਵੱਡੀ ਮਾਰ ਪਊਗੀ। ਇਸ ਲਈ ਸਾਰੇ ਮੁੱਦੇ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਪੰਜਾਬ 'ਚ ਕਰੋੜਾਂ ਰੁਪਏ ਦੇ, ਕੁਇੰਟਲਾਂ ਦੇ ਕੁਇੰਟਲ, ਲੱਖਾਂ ਹਜ਼ਾਰਾਂ ਕੁਇੰਟਲ ਬੀਜ ਜਿਹੜਾ ਨਕਲੀ ਹੈ ਹੀ ਨਹੀਂ, ਉਹ ਵੀ ਪੰਜਾਬ ਦੇ ਕਿਸਾਨਾਂ ਨੂੰ ਧੋਖੇ ਧੜੀ ਨਾਲ ਵੇਚਿਆ ਗਿਆ। ਇਸ ਲਈ ਅੱਜ ਸਾਰੇ ਡੀਸੀ ਸਾਹਿਬਾਨਾਂ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਤੇ ਕੋਰ ਕਮੇਟੀ ਦਾ ਜਿਹੜਾ ਫੈਸਲਾ ਸੀ ਕਿ ਕਿਸਾਨੀ ਨੂੰ ਜੇ ਬਚਾਉਣਾ ਹੈ ਤੇ ਇਮੀਡੀਏਟ ਇਹਦੇ 'ਚ ਇੰਟਰਵੈਂਸ਼ਨ ਦੀ ਲੋੜ ਹੈ। ਔਰ ਹਰ ਜ਼ਿਲ੍ਹੇ 'ਚ ਜਿੱਥੇ ਜਿੱਥੇ ਬੀਜ ਦੀ ਸਪਲਾਈ ਹੋਈ ਹੈ ਉਹ ਕਿਸਾਨਾਂ ਤੱਕ ਪਹੁੰਚ ਕਰਕੇ ਉਹਨਾਂ ਕਿਸਾਨਾਂ ਨੂੰ ਦੁਬਾਰ ਤੋਂ ਜਿਹੜਾ ਉਹਨਾਂ ਦਾ ਫਾਈਨੈਂਸ਼ੀਅਲ ਲਾਸ ਹੋਇਆ ਉਹਨਾਂ ਨੂੰ ਨਵਾਂ ਬੀਜ ਸਰਕਾਰ ਦੇਵੇ, ਨਾਲ ਹੀ ਜਿਹੜੀ ਉਹਨਾਂ ਦਾ ਫਾਈਨੈਂਸ਼ੀਅਲ ਲਾਸ ਹੋਇਆ ਉਹਦੀ ਭਰਪਾਈ ਕਰੇ। ਇਸ ਲਈ ਜ਼ਿਲ੍ਹੇਵਾਰ ਕਿਸਾਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਨਾਲ ਜਿੱਥੇ ਉਹਨਾਂ ਦੀ ਮਦਦ ਤੇ ਪਹੁੰਚਣਾ, ਨਾਲ ਹੀ ਇਹ ਜਿਹੜੀ ਬੜੀ ਇੱਕ ਵੱਡੀ ਫਰਮ ਹੈ ਕਾਲਾ ਬਾਜ਼ਾਰੀ ਜਿਹੜੀ ਕਰ ਰਹੀ ਸੀ, ਕਰਨਾਲ ਸੀਡ ਦੇ ਨਾਂ ਤੇ ਹੈਗੀ, ਵੈਰੋਕੇ ਪਿੰਡ ਖੋਦੇ ਬੇਟ ਜ਼ਿਲ੍ਹਾ ਗੁਰਦਾਸਪੁਰ 'ਚ, ਤੇ ਨੌ ਕਰਨਾਲ ਸੀਡ ਦੇ ਨਾਂ ਤੇ ਇੱਕ ਕਾਲਾ ਬਾਜ਼ਾਰੀ, ਚੋਰ ਬਾਜ਼ਾਰੀ ਜਿਹੜੀ ਚੱਲ ਰਹੀ ਸੀ। ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਕਰਨਾਲ ਸੀਡ ਫੈਕਟਰੀ ਹੈ ਇਹਦੇ ਬੇਨਾਮੀ ਮਾਲਕ ਕੋਈ ਹੋਰ ਨਹੀਂ, ਉਸ ਹਲਕੇ ਦੇ ਕਾਂਗਰਸ ਦੇ ਮਿਨਿਸਟਰ ਸੁਖੀ ਰੰਧਾਵਾ ਨੇ। ਇਸੇ ਲਈ ਕਰਨਾਲ ਸੀਡ ਫੈਕਟਰੀ ਜਿਹੜੀ ਬੇਨਾਮੀ ਫੈਕਟਰੀ ਮੰਨੀ ਜਾਂਦੀ ਹੈ, ਸੁਖੀ ਰੰਧਾਵੇ ਨੇ ਧੜਾ ਧੜ ਉਹਨਾਂ ਨੇ ਇਹ ਜਾਲੀ ਬੀਜ ਵੇਚਣ ਦਾ ਕੰਮ ਕੀਤਾ। ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕੀਤਾ ਜਾਵੇ, ਕਿਉਂਕਿ ਜਦ ਤੱਕ ਅਰੈਸਟ ਨਹੀਂ ਹੋਊਗੀ ਤਦ ਤੱਕ ਇਹ ਗੱਲ ਸਾਹਮਣੇ ਨਹੀਂ ਲਿਆ ਸਕਾਂਗੇ ਕਿ ਕਿੰਨਾ ਕੁਇੰਟਲ ਬੀਜ ਵੇਚਿਆ ਤੇ ਕਿਹਨੂੰ ਵੇਚਿਆ। ਕਿਉਂਕਿ ਇਹਨਾਂ ਨੂੰ ਹੁਣ 20 ਦਿਨ ਮਿਲ ਗਏ ਆਪ ਦੇ ਸਾਰਾ ਸਟਾਕ ਸਾਫ਼ ਕਰਨ ਨੂੰ, ਬਿੱਲ ਬਦਲਣ ਨੂੰ, ਕਿਉਂਕਿ ਹਰ ਜਿਹਨੇ ਨੰਬਰ 2 ਦਾ ਕੰਮ ਕਰਨਾ ਹੈ, ਚੋਰ ਬਾਜ਼ਾਰੀ ਕਰਨੀ ਆ, ਉਹਦੇ ਕੋਲ ਕਾਪੀ ਬਿੱਲਾਂ ਇੱਕ ਨਹੀਂ ਕਈ ਹੁੰਦੀਆਂ ਨੇ, ਔਰ ਉਹ ਝੂਠੀਆਂ ਕਾਪੀ ਬਿੱਲਾਂ ਵਿਖਾਉਣਾ ਵੀ ਸ਼ੁਰੂ ਕਰਤਾ। ਔਰ ਇਸ ਤਰ੍ਹਾਂ ਸੱਚਾਈ ਸਾਹਮਣੇ ਨਹੀਂ ਆਉਣੀ। ਇਸ ਲਈ ਕਿਸਾਨੀ ਨੂੰ ਜੇ ਖੁਦਕੁਸ਼ੀ ਦੇ ਰਾਹ ਤੋਂ ਸਰਕਾਰ ਚਾਹੁੰਦੀ ਆ, ਬਚਾਉਣਾ ਚਾਹੁੰਦੀ ਆ, ਇਮੀਡੀਏਟਲੀ ਅਰੈਸਟ ਕਰਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਕਿਸਾਨਾਂ ਨੂੰ ਜੋ ਧੋਖਾਧੜੀ ਹੋਈ ਆ ਉਹਨਾਂ ਕਿਸਾਨਾਂ ਦੀ ਮਦਦਗਾਰ ਤੇ ਸਰਕਾਰ ਆਪ ਆਵੇ। ਤੁਸੀਂ ਕੋਈ ਸਵਾਲ ਆ ਜੀ? ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਸੁਖੀ ਰੰਧਾਵਾ ਲੁਕਿਆ ਫਿਰਦਾ ਸੀ, ਔਰ ਤੁਹਾਨੂੰ ਤੁਸੀਂ ਵੀ ਪਿੰਡ ਧਾਰੋਵਾਲੀ ਗਏ ਸੀ, ਮੈਨੂੰ ਲੱਗਦਾ ਤੁਹਾਨੂੰ ਵੀ ਨਹੀਂ ਮਿਲਿਆ। ਕੋਈ ਕਹਿੰਦਾ ਮੰਜੇ ਥੱਲੇ ਲੁਕਿਆ, ਕੋਈ ਕਿੱਥੇ ਲੁਕਿਆ। ਸ਼ੁਕਰ ਹੈ ਨਿਕਲਿਆ ਤਾਂ ਬਾਹਰ। 3 ਦਿਨ ਲੱਗ ਗਏ। ਸੈਟਰਡੇ ਨੂੰ ਇਹ ਘੁਟਾਲਾ ਜੱਗ ਜ਼ਾਹਰ ਹੋਇਆ ਹੈ।
ਔਰ 4 ਦਿਨਾਂ ਬਾਅਦ ਉਹਦੇ ਦਰਸ਼ਨ ਹੋਏ ਕੱਲ ਚੰਡੀਗੜ੍ਹ। ਔਰ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਲੱਖੀ ਜਿਹੜਾ ਇਹ ਸੀਡ ਫੈਕਟਰੀ ਆ ਉਹਦੇ ਮੁਨੀਮ ਦਾ ਕੰਮ ਕਰਦਾ ਸੀ ਸੁੱਖੀ ਰੰਧਾਵਾ। 12:30 ਵਜੇ ਕੱਲ ਪ੍ਰੈਸ ਕਾਨਫਰੰਸ ਲੱਖੀ ਕਬੂਤਰ ਕਰਦਾ ਡੇਰੇ ਬਾਬਾ ਨਾਨਕ, ਤੇ ਜਿਹੜਾ ਸੁੱਖੀ ਰੰਧਾਵਾ ਸੈਕਟਰੀਏਟ 'ਚ ਇੱਕ ਪ੍ਰੈਸ ਕਾਨਫਰੰਸ ਕਰਦਾ ਹੈ। ਤੇ ਦੋਵਾਂ ਨੇ ਜਿਹੜੀਆਂ ਫੋਟੋਆਂ ਵਿਖਾਈਆਂ ਜਾਂ ਜਿਹੜੇ ਲਾਇਸੈਂਸ ਦੀਆਂ ਕਾਪੀਆਂ ਵਿਖਾਈਆਂ ਜਾਂ ਜਿਹੜੀ ਬਿੱਲ ਬੁੱਕ, ਤੁਸੀਂ ਵੇਖੋ ਬਿੱਲ ਬੁੱਕ ਲੱਖੀ ਕਬੂਤਰ ਦੇ ਫੈਕਟਰੀ ਦੀ ਸੁੱਖੀ ਰੰਧਾਵੇ ਕੋਲ ਕਿੱਥੋਂ ਆ ਗਈ। ਤੇ ਇਹ ਤੋਂ ਸਪਸ਼ਟ ਹੁੰਦਾ ਕਿ ਜਿਹੜੀ ਗੱਲ ਮੈਂ ਕਹਿਣਾ ਕਿ ਇਹਦੀ ਬੇਨਾਮੀ ਹੈ ਫੈਕਟਰੀ ਹੈ, ਇਹ ਤਾਂ ਉਹਦੇ ਮੁਨੀਮ ਦਾ ਕੰਮ ਕਰਨ ਲੱਗ ਗਿਆ। ਸੈਕਟਰੀਏਟ 'ਚ ਉਹਦੇ ਆ ਬਿੱਲ ਜੇ ਵਿਖਾਉਂਦਾ ਸੀ, ਆ ਮੈਂ ਪਿੱਛੇ ਵਿਖਾ ਦਿੰਦਾ, ਆ ਬਿੱਲ ਦਾ ਕਾਪੀ ਕੱਢ ਕੇ ਦੇ, ਉਹ ਬਿੱਲ ਵਿਖਾਉਂਦਾ ਸੀ, ਬਿੱਲ ਲੱਖੀ ਦਾ ਤੇ ਵਿਖਾਵੇ ਵਜ਼ੀਰ। ਇਹ ਤੋਂ ਵੱਡੀ ਮਿਲੀ ਭੁਗਤ ਕੀ ਚਾਹੀਦੀ ਹੈ। ਫਿਰ ਦੂਜੀ ਗੱਲ ਦੇਖੋ, ਇਹ ਤਾਂ ਐਵੇਂ ਭੰਬਲ ਪੂਸਾ ਪਾਉਣ ਦੀ ਗੱਲ ਹੈ। ਆਹ ਬਿੱਲ ਵਿਖਾਉਂਦੇ ਸੀ, ਆਹ ਬਿੱਲ ਕੱਲ ਆ ਸੁੱਖੀ ਚੋਰ ਨੇ ਵਿਖਾਇਆ ਉੱਥੇ। ਔਰ ਮੇਰਾ ਮਸਲਾ ਦੇਖੋ, ਇੱਕ ਗੱਲ ਸਮਝ ਕੇ ਰੱਖਿਓ, ਗੱਲ ਤਾਂ ਕਿਸਾਨ ਦੇ ਨਾਲ ਠੱਗੀ ਦੀ, ਔਰ ਕਿਸਾਨ ਦਾ ਬਚਾਅ ਹੋਣਾ ਚਾਹੀਦਾ, ਨਹੀਂ ਤਾਂ ਅੱਗੇ 90,000 ਕਰੋੜ ਦੇ ਥੱਲੇ ਆ ਤੇ ਫਿਰ ਕਿੱਥੇ ਤੱਕ ਕੰਮ ਚਲੇ ਜਾਓ। ਇਸ ਲਈ ਇਹ ਕਿਸਾਨੀ ਨੂੰ ਬਚਾਉਣਾ। ਸੁੱਖੀ ਵਰਗੇ ਤਾਂ ਪੁੱਠੇ ਸਿੱਧੇ ਕੰਮ ਕਰਦੇ ਰਹਿਣਗੇ, ਮਗਰ ਕਿਸਾਨੀ ਨੂੰ ਕੌਣ ਬਚਾਊ। ਹੁਣ ਅਗਲੀ ਗੱਲ ਆ ਜਾਓ, ਜਿਹੜੀ ਉਹਨੇ ਗੱਲ ਕਹੀ ਤੁਹਾਡੇ ਲੱਖੀ ਨੇ ਆਪ ਹੀ ਮੰਨ ਗਿਆ ਆਪਦੇ ਇੰਟਰਵਿਊ 'ਚ ਕਿ ਅਸੀਂ ਤਾਂ 12 ਨੂੰ ਪਹਿਲਾਂ ਤਾਂ ਆਪਦੇ ਬਜ਼ੁਰਗਾਂ ਦੀ ਫੋਟੋ ਵਿਖਾਵੇ। ਸਾਡੇ ਅਕਾਲੀ ਦਲ ਦੇ ਕੋਈ ਲੀਡਰ ਨਾਲ ਬਜ਼ੁਰਗਾਂ ਦੀ ਤਾਂ ਡੈਥ ਹੋ ਗਈ 12 ਨੂੰ, ਸਨ 12 'ਚ, ਉਹਨਾਂ ਦਾ ਤਾਂ ਮਸਲਾ ਹੀ ਕੋਈ ਨਹੀਂ। ਗੱਲ ਤਾਂ 2020 ਦੀ, ਔਰ ਜਿਹੜਾ 2020 'ਚ ਉਹ ਆਪ ਹੀ ਮੰਨ ਗਿਆ ਲੱਖੀ ਕਿ ਮੈਂ ਕਾਂਗਰਸ ਦੀ ਮਦਦ ਕਰਦਾ। ਰੰਧਾਵਾ ਸਾਹਿਬ ਜਿੰਨੇ ਪਿਆਰ ਨਾਲ ਰੰਧਾਵੇ ਦੀ ਗੱਲ ਕਰਦਾ ਸੀ, ਇਹ 'ਚ ਕੋਈ ਲੁਕੀ ਛਿਪੀ ਨਹੀਂ ਕਿ ਸ਼ਨੀਵਾਰ ਨੂੰ ਅਸੀਂ ਇਹ ਸਾਰਾ ਸਕੈਮ ਜਿਹੜਾ ਕਿਸਾਨੀ ਨਾਲ ਧੋਖੇ ਦਾ ਉਜਾਗਰ ਕੀਤਾ। ਸੰਡੇ, ਮੰਡੇ, ਸੋਮਵਾਰ, ਐਤਵਾਰ, ਸੋਮਵਾਰ, ਮੰਗਲਵਾਰ ਸਾਰੇ ਅਫਸਰ ਬੁਲਾਏ ਗਏ ਧਾਰੋਵਾਲੀ ਪਿੰਡ 'ਚ। ਲੱਖੀ ਨਾਲ 100 ਵਾਰੀਆਂ ਸਲਾਮਾਂ ਹੋਈਆਂ ਕਿ ਤੂੰ ਕਿਹੜੀ ਫੋਟੋ ਵਿਖਾਉਣੀ ਹੈ, ਕੀ ਕਰਨਾ ਕੀ ਨਹੀਂ ਕਰਨਾ। ਉਹੀ ਬੋਲੀ ਜੋ ਰੰਧਾਵਾ ਬੋਲਿਆ, ਉਹੀ ਲੱਖੀ ਬੋਲਿਆ, ਤੇ ਜੇ ਲੱਖੀ ਬੋਲਿਆ ਉਹ ਰੰਧਾਵਾ ਬੋਲਿਆ। ਤੇ ਫਿਰ ਇਹਨਾਂ 'ਚ ਫਰਕ ਕੀ ਰਹਿ ਗਿਆ। ਇਹ ਤਾਂ ਇੱਕ ਦੂਜੇ ਦਾ ਮੈਨੂੰ ਲੱਗਦਾ ਸਪੋਕਸਮੈਨ ਵੀ ਬਣ ਗਿਆ, ਮੁਨੀਮ ਦਾ ਵੀ ਕੰਮ ਕਰ ਗਿਆ। ਇਸ ਲਈ ਲੱਖੀ ਨੂੰ ਕੀ ਚਾਹੀਦਾ, ਜੇ ਪੰਜਾਬ ਦਾ ਵਜ਼ੀਰ ਉਹਦੀ ਠੱਗੀ ਦੀ ਐਡਵੋਕੇਸੀ ਕਰਨ ਲੱਗ ਜਾਏ, ਵਕੀਲ ਬਣ ਜਾਏ ਜਾਂ ਮੁਨੀਮ ਬਣ ਜਾਏ, ਤੇ ਫਿਰ ਉਹਦੀ ਠੱਗੀ ਨੂੰ ਤਾਂ ਸਰਕਾਰੀ ਮੋਹਰ ਲੱਗ ਗਈ। ਉਹ ਤੁਹਾਡੇ ਸਾਹਮਣੇ ਹੈ। ਦੂਜੀ ਗੱਲ, ਉਹਨੇ ਆਹ ਕਾਪੀ ਵਿਖਾਈ, ਆਹ ਵੇਖੋ, ਕਹਿੰਦਾ ਜੀ ਮੇਰਾ ਲਾਇਸੈਂਸ 17/9/2015 ਦਾ। ਆ ਮੈਂ ਤੁਹਾਨੂੰ ਫੋਟੋ ਵਿਖਾ ਦਿੰਦਾ, ਜਿਹੜਾ ਕਹਿੰਦਾ ਨਾ ਇਸ ਤਰ੍ਹਾਂ। ਆਹ ਫੋਟੋ ਤੇ ਕਿਹੜੀ ਤਰੀਕ ਲਿਖੀ ਆ, ਸਤੰਬਰ 8 2015। ਲਾਇਸੈਂਸ ਤੋਂ ਪਹਿਲਾਂ ਦੀ ਫੋਟੋ ਮੈਂ ਤੁਹਾਨੂੰ ਵਿਖਾਤੀ। ਆ ਸੁੱਖੀ ਰੰਧਾਵੇ ਦੀ ਫੋਟੋ ਵੇਖੋ, ਕਿੱਡਾ ਖੁਸ਼ ਜਾਪਣ ਡਿਆ ਇਹਦੇ ਨਾਲ। ਲੱਗਦਾ ਕੋਈ ਐਡੀ ਖੁਸ਼ੀ ਤੇ ਸੁਭਾਵਿਕ ਹੈ, ਜਿਹਦੇ ਨਾਲ ਕਾਰੋਬਾਰ ਸਾਂਝਾ ਹੋਵੇ ਉਹਦੇ ਨਾਲ ਹੀ ਖੁਸ਼ੀ ਹੋ ਸਕਦੀ ਹੈ। ਇਸ ਤਰ੍ਹਾਂ ਤਾਂ ਨਹੀਂ ਤਾਂ ਉਹਨੂੰ ਕਦੇ ਹੱਸਦੇ ਹੀ ਨਹੀਂ ਵੇਖਿਆ, ਨਹੀਂ ਤਾਂ ਬੁੜਬੁੜ ਜੀ ਕਰਦਾ ਰਹਿੰਦਾ ਸਾਰਾ ਦਿਨ। ਆ ਦੂਜੀ ਫੋਟੋ ਮੈਂ ਕੋਲ ਤੋਂ ਆ ਸੱਚ, ਆ ਕਦੋਂ ਦੀ ਫੋਟੋ ਆ 13 ਅਗਸਤ ਪ੍ਰੈਸ ਕਾਨਫਰੰਸ 'ਚ ਨਾਲ ਬੈਠਿਆ, ਹੱਸਦਾ ਜਾਪਦਾ ਕਿ ਨਹੀਂ। ਤੇ ਅੱਛਾ, ਗੱਡੀ ਕਿਹੜੀ ਹੈ, MLA ਦੀ ਗੱਡੀ, ਸਰਕਾਰੀ ਗੱਡੀ। ਇਹ ਫੋਟੋ 2012 ਦੀ ਹੈ, ਸਰਕਾਰੀ ਗੱਡੀ, ਪੰਜਾਬ ਸਰਕਾਰ ਦੀ ਸਰਕਾਰੀ ਗੱਡੀ ਲੱਖੀ ਕਬੂਤਰ ਚਲਾਉਣ ਡਿਆ। ਤੇ ਫਿਰ ਇਹਦੀ ਨੇੜਤਾ ਜਿਹੜੀ ਚਲਾ ਨਹੀਂ ਸਕਦਾ ਇਹ। ਆ ਉੱਤੇ ਉਸ ਵੇਲੇ ਉਹ ਪੀਲੀ ਜਿਹੀਆਂ ਬੱਤੀਆਂ ਲੱਗਦੀਆਂ ਹੁੰਦੀਆਂ ਸਨ, ਯਾਦ ਹੋਊਗਾ ਤੁਹਾਨੂੰ। ਮੁੜ ਕੇ ਤਾਂ ਹੁਣ ਜਾ ਕੇ 17 'ਚ ਕੈਂਸਲ ਕਰਤਾ। ਉਹ ਫੋਟੋ ਹੈ, ਆ ਅੰਦਰ ਬੈਠਿਆ, ਦੇਖ ਰਿਹਾ ਉਹਨੂੰ, ਤੇ ਆ ਕਿੱਡਾ ਖੁਸ਼ ਹੈ। ਤੇ ਫਿਰ ਕਹਿੰਦਾ ਮੇਰੀ ਸਾਂਝ ਕੋਈ ਨਹੀਂ। ਇਸ ਲਈ ਮੇਰੇ ਵੀਰੋ, ਇਹ ਦੁੱਖ ਦੀ ਗੱਲ ਹੈ ਕਿ ਅੱਜ ਆਪਦੇ ਕਵਰ ਅਪ ਨੂੰ ਇਹ ਲੁਕਾਉਣਾ ਚਾਹੁੰਦੇ। ਔਰ ਮੈਂ ਫੇਰ ਦੱਸ ਦਿਆਂ, ਦੇਖੋ ਲਾਇਸੈਂਸ ਦੇਣਾ ਸਰਕਾਰ ਨਹੀਂ ਹੈ ਲਾਇਸੈਂਸ ਦਿੰਦੀ, ਇਹ ਵੀ ਭੰਬਲ ਪੂਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜੇ ਤੁਸੀਂ ਸੀਡ ਸਟੋਰ ਦਾ ਲਾਇਸੈਂਸ ਲੈਣਾ ਤਾਂ ਤੁਹਾਨੂੰ ਚੀਫ ਐਗਰੀਕਲਚਰ ਅਫਸਰ ਦੇ ਦੂ, ਤੇ ਜੇ ਤੁਸੀਂ ਸੀਡ ਪ੍ਰੋਡਿਊਸਰ ਦਾ ਲਾਇਸੈਂਸ ਲੈਣਾ ਹੈ ਤੇ ਸਰਕਾਰ ਨਹੀਂ, ਡਿਪਟੀ ਡਾਇਰੈਕਟਰ ਦੇ ਲੈਵਲ ਤੇ
ਮਿਲ ਜਾਂਦਾ। ਇਸ ਲਈ ਇਹ ਗੱਲਾਂ ਦੀ ਫਜ਼ੂਲ ਦੀ ਭੰਬਲ ਪੂਸਾ ਪਾਉਣਾ, ਮੈਂ ਬਾਰ-ਬਾਰ ਕਹਿ ਦਿਆਂ, ਮਸਲਾ ਕਿਸਾਨੀ ਦੀ ਲੁੱਟ ਦਾ, ਮਸਲਾ ਕਿਸਾਨਾਂ ਨਾਲ ਜਿਹੜੀ ਚੋਰ ਬਜ਼ਾਰੀ ਹੋਈ ਹੈ, ਔਰ ਮਸਲਾ ਕਿਸਾਨੀ ਨੂੰ ਜਿਹੜੇ ਉਹ ਅੱਗੇ ਦੰਦਲ 'ਚ ਫਸਦੇ ਜਾ ਰਹੇ ਆ ਕਰਜ਼ੇ ਦੇ, ਉਸ ਦੰਦਲ ਤੋਂ ਬਚਾਉਣਾ। ਨਹੀਂ ਤਾਂ ਕਿਸਾਨ ਨੂੰ ਖੁਦਕੁਸ਼ੀ 'ਚ ਤੋਰਨ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੋਊਗਾ, ਸੁੱਖੀ ਰੰਧਾਵਾ ਤੇ ਉਹਦੀ ਚੋਰ ਜੁੰਡਲੀ ਜ਼ਿੰਮੇਵਾਰ ਹੋਊਗੀ। ਇਸ ਲਈ ਮੈਂ ਕਾਰਵਾਈ ਦੀ ਮੰਗ ਕਰਦਾ। ਜੋ ਵਿਜੀਲੈਂਸ ਇਨਕੁਆਇਰੀ ਸ਼ੁਰੂ ਕੀਤੀ ਕਿ ਤੁਸੀਂ ਸੈਟੀਸਫਾਈਡ ਹੋ? ਨਹੀਂ, ਉਹ ਮੈਂ ਦੇਖੋ ਅਸੀਂ ਬਾਰ-ਬਾਰ ਕਿਹਾ ਇੰਡੀਪੈਂਡੈਂਟ ਇਨਕੁਆਇਰੀ। ਆ FIR ਹੈ, ਜਿਹੜੇ ਮੇਰਾ ਨਾਮ ਲਾਉਂਦੇ ਨਾ, ਮੈਂ ਨਹੀਂ FIR ਕਰਾਈ ਜੀ। ਇਹ ਇੱਕ ਕਿਸਾਨ ਦੀ ਸ਼ਿਕਾਇਤ ਤੇ ਐਗਰੀਕਲਚਰ ਮਹਿਕਮੇ ਨੇ FIR ਕਰਾਈ ਹੈ। ਮੈਂ ਉਦੋਂ ਰੌਲਾ ਪਾਇਆ ਜਦੋਂ ਇਸ FIR ਤੇ ਕਾਰਵਾਈ ਹੋਣ ਦੀ ਜਗ੍ਹਾ, ਜਦੋਂ ਮੁਜਰਮਾਂ ਨੂੰ ਫੜਨ ਦੀ ਜਗ੍ਹਾ ਇਹ ਸਮਝ ਆਉਣ ਲੱਗੀ ਕਿ ਇੱਕ ਪੰਜਾਬ ਦਾ ਵੱਡਾ ਵਜ਼ੀਰ ਇਸ ਕਾਰਵਾਈ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ, ਉਦੋਂ ਜ਼ਰੂਰ ਅਸੀਂ ਸਾਹਮਣੇ ਆ ਕੇ ਕਿਸਾਨਾਂ ਦੇ ਹੱਕ 'ਚ ਖਲੋਤੇ ਆ। ਔਰ ਜਦ ਤੱਕ ਕਿਸਾਨਾਂ ਨੂੰ ਇਨਸਾਫ ਨਹੀਂ ਮਿਲੂ, ਇਹ ਚੋਰ ਬਜ਼ਾਰੀ ਜਿਹੜਾ ਵੀ ਹੈ ਹੀ ਨਹੀਂ, ਇਹ ਵਿਕਣਾ ਬੰਦ ਨਹੀਂ ਹੋਊ ਔਰ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਊ ਜਿਨ੍ਹਾਂ ਨੇ ਕਿਸਾਨਾਂ ਨੂੰ ਲੁੱਟਿਆ। ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਔਰ ਇੰਡੀਪੈਂਡੈਂਟ ਇਨਕੁਆਇਰੀ ਦੇਖੋ, ਵਿਜੀਲੈਂਸ ਨੇ ਤਾਂ ਕੀ ਤੁਸੀਂ ਆਸ ਕਰਦੇ ਹੋ ਕਿ ਪੰਜਾਬ ਦੀ ਵਿਜੀਲੈਂਸ ਕਿਹਦੇ ਥੱਲੇ ਆ? ਪੰਜਾਬ ਸਰਕਾਰ ਦੇ। ਕੀ ਉਹ ਪੰਜਾਬ ਸਰਕਾਰ ਦੇ ਕਿਸੇ ਵਜ਼ੀਰ ਦੇ ਖਿਲਾਫ ਐਕਟ ਕਰੂ? ਕਿਉਂਕਿ ਕੱਲ ਵੀ ਇਹ ਵਜ਼ੀਰ ਕੀ ਕਹਿ ਰਿਹਾ ਸੀ, ਮੈਨੂੰ DGP ਨੇ ਫੋਨ ਨਹੀਂ ਕੀਤਾ, ਮੈਨੂੰ FCD ਨੇ ਫੋਨ ਨਹੀਂ ਕੀਤਾ, ਤੂੰ ਤਾਂ ਚੋਰ ਬਜ਼ਾਰੀ ਕਰਨ ਵਾਲਾ, ਤੇ ਜੇ ਤੈਨੂੰ ਫੋਨ ਆਉਣ ਲੱਗ ਗਏ ਫਿਰ ਇਨਕੁਆਇਰੀ ਕਿਹੜੀ ਹੋਊ? ਇਸ ਲਈ ਸਾਨੂੰ ਕੋਈ ਭਰੋਸਾ ਨਹੀਂ ਇਹ ਵਿਜੀਲੈਂਸ ਦੀ ਇਨਕੁਆਇਰੀ। ਅਸੀਂ ਵਿਜੀਲੈਂਸ ਦੀ ਇਨਕੁਆਇਰੀ ਰਿਜੈਕਟ ਕਰਦੇ ਹਾਂ। ਇਸ ਗੱਲ ਦਾ ਕੋਈ ਡਾਟਾ ਹੈ ਕਿ ਕਿੰਨੇ ਕਿਸਾਨ ਹੁਣ ਤੱਕ ਵਰ ਚੁੱਕੇ ਜੀ? ਹਾਂਜੀ, ਕਿੰਨੇ ਕਿਸਾਨ ਹੁਣ ਤੱਕ ਵਰ ਚੁੱਕੇ, ਯਾਨੀ ਕਿੰਨੇ ਕਿਸਾਨ ਇਸ ਦਾ ਸ਼ਿਕਾਰ ਹੋ ਚੁੱਕੇ ਇਸ ਤਕਲੀਫ? ਦੇਖੋ, ਸਰਕਾਰ ਆਪ ਦੀ ਇਨਕੁਆਇਰੀ ਕਰੇ। ਮੇਰੇ ਕੋਲ ਜੋ ਖਬਰ ਹੈ 22 ਦੇ 22 ਜ਼ਿਲ੍ਹਿਆਂ 'ਚ ਹਰ ਸੀਡ ਸਟੋਰ 'ਚ ਇਹ ਜਿਹੜਾ ਬੀ ਹੈ ਹੀ ਨਹੀਂ, ਵਿੱਚ ਪਤਾ ਨਹੀਂ ਘਟਾ ਮਿੱਟੀ ਆ ਕੀ ਹੈ, ਜਿਹੜਾ ਬੀ PR 128 129 ਸੀ ਨਹੀਂ, ਉਹ ਬੀ ਧੋਖੇ ਨਾਲ, ਚੋਰ ਬਜ਼ਾਰੀ ਨਾਲ, ਕਾਲਾ ਬਜ਼ਾਰੀ ਨਾਲ ਸਾਰੇ ਜ਼ਿਲ੍ਹਿਆਂ 'ਚ ਲਗਭਗ ਸਾਰੇ ਸੀਡ ਸਟੋਰਾਂ 'ਚ ਵੇਚਿਆ। ਮੇਰੇ ਕੋਲ ਕਈ ਕਿਸਾਨ ਆਪ ਆਏ ਵੀ, ਔਰ ਬੜੀ ਜਲਦੀ ਜੇ ਸਰਕਾਰ ਆਪ ਦੀ ਕੰਮ ਨਹੀਂ ਕਰੂਗੀ ਅਸੀਂ ਉਹਨਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਵੀ ਲਿਆਵਾਂਗੇ। ਕਈ ਪ੍ਰੂਫ ਹੋਰ ਅਸੀਂ ਇਕੱਠੇ ਕੀਤੇ ਆ ਜਿਹੜਾ ਸਾਹਮਣੇ ਲਿਆਵਾਂਗੇ, ਔਰ ਇਹ ਸਾਬਿਤ ਕਰਾਂਗੇ ਕਿ ਸਰਕਾਰ ਇਹਨਾਂ ਚੋਰਾਂ ਦੀ ਮਦਦ ਤੇ ਹੋਈ ਹੈ। ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਲਈ ਕੀ ਮੈਂ ਅੱਗੇ ਗੱਲ ਕਹਿਤੀ ਜੀ, ਪਹਿਲਾਂ ਕਿਸਾਨ ਨੂੰ ਆਇਡੈਂਟੀਫਾਈ ਕਰੋ ਜ਼ਿਲ੍ਹੇਵਾਰ, ਉਹਨਾਂ ਤੋਂ ਜਿੱਥੇ ਜੋ ਉਹਨਾਂ ਦਾ ਖਰਚ ਆਇਆ ਉਹਦੀ ਭਰਪਾਈ ਹੋਵੇ, ਉਹਨਾਂ ਨੂੰ ਨਵਾਂ ਬੀਜ ਦਿੱਤਾ ਜਾਵੇ, ਸੋ ਦੈਟ ਕੱਲ ਉਹਨਾਂ ਨੂੰ ਫਾਈਨੈਂਸ਼ੀਅਲ ਤੰਗੀ ਦੀ ਜਾਂ ਖੁਦਕੁਸ਼ੀ ਦੇ ਅਸਾਰ ਉਹਨਾਂ ਦੇ ਪਰਿਵਾਰ ਦੇ ਨਾ ਬਣਨ। ਫਾਈਨੈਂਸ਼ੀਅਲ ਅਸਿਸਟੈਂਸ ਵੱਡੇ ਪੱਧਰ ਤੇ ਦਿੱਤੀ ਜਾਏ। ਨਾਲ ਹੀ ਉਹਨਾਂ ਤੋਂ ਕੰਪਲੇਂਟ ਲੈ ਕੇ ਜਿਹੜੇ ਲੋਕ ਕਿਸਾਨਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਆ, ਅੰਨਦਾਤਾ ਦੀ ਜ਼ਿੰਦਗੀ ਨਾਲ ਖੇਡ ਰਹੇ ਆ, ਉਹਨਾਂ ਦੇ ਨਾਲ ਸਖਤ ਤੋਂ ਸਖਤ ਕਾਰਵਾਈ। ਪੰਜਾਬ ਸਰਕਾਰ ਦਾਅਵੇ ਕਰਦੀ ਹੈ ਹਰ ਜਗ੍ਹਾ ਦੇ ਉੱਤੇ ਕਿ ਜਿਹੜੀ ਵੀ ਕੋਈ ਮੁਸ਼ਕਲ ਆਦੀ ਉਹਦੇ ਵਾਸਤੇ ਨਜਿੱਠਣ ਵਾਸਤੇ ਅਸੀਂ ਬੈਠੇ ਹਾਂ, ਪਰ ਜਦੋਂ ਮੁਸ਼ਕਲ ਆ ਜਾਂਦੀ ਫਿਰ ਨਜਿੱਠਿਆ ਨਹੀਂ ਜਾਂਦਾ। ਹੁਣ ਕਿਸਾਨਾਂ ਨੂੰ ਇੱਕ ਹੋਰ ਚੀਜ਼ ਤਾਂਡੀ ਹੈ, ਟਿੱਡੀ ਦਲ ਦਾ ਹਮਲਾ। ਉਹਦੇ ਵਾਸਤੇ ਆਪਾਂ ਸਰਕਾਰ ਲੱਗਦਾ ਕਿ ਸਰਕਾਰ ਨੇ ਕੋਈ ਠੋਸ ਕਦਮ ਪਹਿਲੇ ਚੁੱਕ ਲਿੱਤਾ ਹੋਏਗਾ? ਦੇਖੋ, ਮੈਨੂੰ ਨਹੀਂ ਲੱਗਦਾ ਸਰਕਾਰ ਦੀ ਕਿਸੇ ਕੰਮ ਦੀ ਵੀ ਤਿਆਰੀ ਹੈ। ਤੁਸੀਂ ਆ ਵੇਖ ਹੀ ਲਿਆ ਕਰੋਨਾ ਦੀ ਮਹਾਮਾਰੀ 'ਚ ਕੀ ਹੋਇਆ, ਔਰ ਕਰੋਨਾ ਦੀ ਅੱਜ ਜਿਵੇਂ ਸਰਕਾਰ ਦੇ ਜਿਹੜੇ ਵਜ਼ੀਰ ਸਾਹਿਬ ਨੇ ਉਹਨਾਂ ਦੀ ਤਾਂ ਕਿਆ ਬਾਤ। ਜੇ ਤਿਆਰੀ ਸਹੀ ਕੀਤੀ ਗਈ ਹੁੰਦੀ ਕਰੋਨਾ ਦੀ ਵੀ, ਤੇ ਮੈਂ ਸਮਝਦਾ ਹਜੂਰ ਸਾਹਿਬ ਦੇ 4000 ਸ਼ਰਧਾਲੂ ਜੇ ਸਰਕਾਰ ਕੋਲੋਂ ਨਹੀਂ ਸਾਂਭੇ ਗਏ, ਉਹਨੇ ਹੋਰ ਕੀ ਸਾਂਭਣਾ। ਜਿਹੜੇ ਆਪਣੇ ਸਤਿਕਾਰਯੋਗ ਸਾਡੇ ਜਹੇਦਾਰ ਅਫਗਾਨੀ ਜੀ ਸਨ, ਆਪਣੇ ਸਾ ਨਿਰਮਲ ਸੋਹਰੀ, ਉਹਨਾਂ ਦੇ ਪਰਿਵਾਰ ਨਾਲ ਜੋ ਆਡੀਓ ਤੁਹਾਡੇ ਸਾਹਮਣੇ ਆਈ, ਉਹਨਾਂ ਦੀ ਜੋ ਦੁਰਦਸ਼ਾ ਹੋਈ, ਅੱਜ ਉਹ ਇਸ ਸੰਸਾਰ 'ਚ ਨਹੀਂ ਰਹੇ, ਜਾਂ ਇਹਨਾਂ ਦਾ ਆਪਣਾ ACP ਕੋਹਲੀ, ਉਹਦੇ ਪਰਿਵਾਰ ਦੇ ਨਾਲ ਜੋ ਹੋਈ, ਜੋ ACP ਨਾਲ ਹੋਈ, ਉਹ ਨਾ ਰਿਹਾ। ਔਰ ਵੱਡੀ ਗੱਲ ਵੇਖੋ, ਆ ਮੈਂ ਤਰਨਤਾਰਨ ਦਾ ਫਿਗਰ ਵਿਖਾਉਣਾ, 153 ਕੇਸ ਕਰੋਨਾ ਦੇ, ਆ ਧਿਆਨ ਨਾਲ ਪੜੋ, ਆ ਲੋ 153 ਕੇਸ, ਤੇ ਇਹਨਾਂ ਨੇ ਸਹੀ ਕਿੰਨੇ ਕਰਤੇ? 154। ਤੇ ਕੀ ਕਰੋਗੇ ਜੀ ਸਰਕਾਰ ਦਾ? ਸਮਝ ਗਏ ਉਹ ਗੱਲ ਕਿ ਕੇਸ ਘੱਟ ਸੀ ਮਗਰ ਇਹਨਾਂ ਨੇ ਤੰਦਰੁਸਤ ਵੱਧ ਕਰਤੇ।
ਤੇ ਜੇ ਸਰਕਾਰ ਇਹ ਜੇ ਕੰਮ ਤੇ ਹੋਈ ਆ, ਕਦੇ ਸੱਦ ਲੈਂਦੀ ਆ, ਫੁੱਲਾਂ ਦੇ ਵਰਖਾ ਕਰਾ ਦਿੰਦੀ ਆ, ਮੁੜ ਕੇ ਉਹਨਾਂ ਦਾ ਕੀ ਕਰਦੀ ਆ। ਇਸ ਲਈ ਅੱਜ ਦਾ ਇਹ ਮੁੱਦਾ ਨਹੀਂ ਹੈ ਕਿ ਸਰਕਾਰ ਦੀ ਮੂਰਖਤਾ ਵੱਡੀ ਨੈਗਲੀਜੈਂਸੀ। ਔਰ ਮੈਂ ਅਗਲੀ ਗੱਲ ਕਰਦਿਆਂ ਕਿ ਆ ਜਿਹੜਾ ਪਰਚਾ ਵੀ ਦਰਜ ਹੋਇਆ ਹੈ, ਇਹ ਪਰਚਾ ਬੜਾ ਹਾਫ ਹਾਰਟਡ ਹੋਇਆ। ਤੁਸੀਂ ਦਲੇਰੀ ਵੇਖੋ ਬੰਦੇ ਦੀ, 420 ਕਿਸੇ ਤੇ ਲੱਗੀ ਹੋਵੇ ਤੇ ਲੱਖੀ ਕਬੂਤਰ ਬਗੈਰ ਸੁੱਖੀ ਰੰਧਾਵੇ ਦੀ ਸ਼ਹਿ ਤੇ ਉਹ ਪ੍ਰੈਸ ਕਾਨਫਰੰਸ ਕਰ ਸਕਦਾ ਸੀ। ਮੇਰਾ ਨਾਂ ਹੀ ਹੈ ਨਹੀਂ। ਉਹ ਮਹਾਰਾਜ ਜੀ ਆ ਪਰਚਾ ਪੜ੍ਹ ਲਓ। ਉਹੀ ਤਾਂ ਮੈਂ ਗੱਲ ਕਰ ਰਿਹਾ ਕਿ ਜੀਤੋ ਸੀਡ ਕੀਤੋਂ ਫੜੇ ਗਏ ਬਰਾੜ ਸੀਡ ਤੋਂ। ਬਰਾੜ ਸੀਡ ਕੀ ਕਹਿੰਦਾ, ਮੇਰੇ ਤੋਂ ਮਾਲਕੀ ਦੇ ਕੋਲੋਂ ਹੈ ਕਰਨਾਲ ਸੀਡ ਕੋਲੋਂ, ਔਰ ਉਸ ਤੇ ਫੇਰ ਵੀ ਕੋਈ ਕਾਰਵਾਈ ਨਹੀਂ। ਔਰ ਮੈਂ ਅਗਲੀ ਗੱਲ ਕਰਦਿਆਂ ਕਿ ਪਰਚਾ ਵੀ ਕਮਜ਼ੋਰ ਦਿੱਤਾ। ਜਿਹੜੀ 409 ਧਾਰਾਵਾਂ, ਜਿਹੜੀ ਕ੍ਰਿਮੀਨਲ ਬ੍ਰੀਚ ਆਫ ਟਰਸਟ ਹੈ ਬਾਈ ਕਿਸੇ ਏਜੰਟ, ਕਿਉਂਕਿ ਇਹ ਸਰਕਾਰ ਦਾ ਲਾਇਸੈਂਸ ਹੈ ਤੇ ਸਰਕਾਰ ਤੋਂ ਲਾਇਸੈਂਸ ਲੈ ਕੇ ਕੋਈ ਧੋਖਾਧੜੀ ਕਰੇ, ਉੱਤੇ 409 ਆਈਪੀਸੀ ਲੱਗਣੀ ਬਣਦੀ ਹੈ। ਜਿਹੜੀ ਦੂਜੀ ਫੌਰਜਰੀ ਦੀ ਧਾਰਾ, ਉਹ ਕੋਈ ਧਾਰਾ ਨਹੀਂ ਲਾਈ, ਨਰਮ ਪਰਚਾ ਦਿੱਤਾ। ਔਰ ਉਸ ਤੋਂ ਬਾਅਦ ਵੀ ਉਹਨੂੰ ਪ੍ਰੈਸ ਕਾਨਫਰੰਸ ਮੌਜ ਨਾਲ ਕਰ ਰਿਹਾ। ਕਿਸੇ ਤੇ 751 ਲੱਗ ਜੇ ਤੇ ਵਿਰੋਧੀ ਹੋਵੇ ਤੇ ਪ੍ਰੈਸ ਕਾਨਫਰੰਸ ਕਰਕੇ ਵਿਖਾਵੇ ਮੈਂ ਮਰ ਜੂਗਾ। ਇਸ ਲਈ ਇਹ ਕਿੱਡੀ ਮਿਲੀ ਭੁਗਤ ਹੈ ਮੰਤਰੀ ਨਾਲ। ਇਹਨਾਂ ਗੱਲਾਂ ਤੋਂ ਹੀ ਸਾਬਤ ਹੋ ਗਈ ਜਿਸ ਦਲੇਰੀ ਨਾਲ ਉਹ ਪ੍ਰੈਸ ਕਾਨਫਰੰਸ ਕਰ ਗਿਆ। ਪ੍ਰੈਸ ਵਾਲੇ ਵੀ ਉੱਥੇ ਭੇਜੇ ਤੇ ਕੋਈ ਹੋਰ ਨਹੀਂ, ਸੁੱਖੀ ਦੇ ਬੰਦੇ ਪ੍ਰੈਸ ਵਾਲੇ ਉਹਦੇ ਕੋਲ ਲੈ ਕੇ ਗਏ। ਇੱਥੋਂ ਤੱਕ ਮਿਲੀ ਭੁਗਤ ਸਾਹਮਣੇ ਆਈ। ਜਿਹੜਾ ਇਹ ਹੁਣ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਦੀ ਕੀ ਰਣਨੀਤੀ ਰਹੂਗੀ ਜੀ? ਸਾਡੀ ਜੀ ਪਹਿਲਾਂ ਤਾਂ ਮੈਂ ਸਾਰੀ ਜਥੇਬੰਦੀਆਂ ਇਸ ਕੰਮ ਤੇ ਵੀ ਆ ਗਈਆਂ ਨੇ। ਮੈਂ ਰਾਜੇਵਾਲ ਸਾਹਿਬ, ਲੱਖੋਵਾਲ ਸਾਹਿਬ, ਹੋਰ ਕਿਸਾਨ ਜਥੇਬੰਦੀਆਂ ਦਾ ਵੀ ਵੇਖਿਆ। ਇਸ ਲਈ ਇਹ ਲੜਾਈ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ, ਇਹ ਹਰ ਕਿਸਾਨ ਦੀ ਹੈ। ਜੋ 20-22 ਲੱਖ ਕਿਸਾਨ ਪੰਜਾਬ ਦਾ, ਉਹਦੇ ਹਰੇਕ ਦੀ ਲੜਾਈ ਹੈ। ਹਰ ਕਿਸਾਨ ਜਥੇਬੰਦੀ ਦੀ ਹੈ। ਅੰਨਦਾਤਾ ਨਾਲ ਸੰਬੰਧਿਤ ਹਰ ਪਰਿਵਾਰ ਦੀ ਇਹ ਲੜਾਈ ਹੈ। ਔਰ ਜਦ ਤੱਕ ਇਹ ਕਿਸਾਨ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ, ਕੋਈ ਪਿੱਛੇ ਨਹੀਂ ਹਟਣਾ। ਵਿਕਰਮ ਜੀ, ਜਿਹੜਾ ਸੁੱਖੀ ਚੱਲਦਾ ਕਹਿ ਰਿਹਾ ਕਿ ਇਹ ਚੀਫ ਮਿਨਿਸਟਰ ਸਾਹਿਬ ਕੋਲੇ ਇਹ ਮਹਿਕਮਾ ਆ, ਚੀਫ ਮਿਨਿਸਟਰ ਸਾਹਿਬ ਦਾ ਮਹਿਕਮਾ, ਉਹਨਾਂ ਦੀ ਇਹ ਕਾਰਵਾਈ ਉਹਨਾਂ ਦੇਖਣੀ ਚਾਹੀਦੀ ਆ, ਕਿਉਂ ਨਹੀਂ ਕਰਦੇ ਨਾਲ? ਦੇਖੋ, ਮੈਂ ਕੱਲ ਇਹ ਜਿਹੜਾ ਸੁੱਖੀ ਰੰਧਾਵਾ, ਇਹ ਕੱਲ ਤਾਂ ਚੀਫ ਮਿਨਿਸਟਰ ਨੂੰ ਹੀ ਗਾਲਾਂ ਕੱਢੀ ਜਾਣ ਰਿਹਾ ਸੀ, ਜੋ ਮੈਂ ਇੱਕ ਇੰਟਰਵਿਊ ਵੇਖਿਆ। ਹੁਣ ਇਹ ਜਾਣੇ ਤੇ ਚੀਫ ਮਿਨਿਸਟਰ ਜਾਣੇ, ਤਦੇ ਅਸੀਂ ਵਿਜੀਲੈਂਸ ਦੀ ਇਨਕੁਆਇਰੀ ਨੂੰ ਰਿਜੈਕਟ ਕਰਦੇ ਹਾਂ। ਅਸੀਂ ਕਿਹਾ ਇੰਡੀਪੈਂਡੈਂਟ ਇਨਕੁਆਇਰੀ, ਜਾਂ ਸੈਂਟਰਲ ਏਜੰਸੀ ਤੇ ਜਾਂ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਸਾਹਿਬ ਕਰਨ, ਨਹੀਂ ਤਾਂ ਇਹ ਤਾਂ ਸਭ ਕਵਰ ਅਪ ਆਪਰੇਸ਼ਨ ਚਾਲੂ ਹੋ ਜਾਊਗਾ। ਜਿਹੜਾ 20 ਦਿਨਾਂ ਤੱਕ ਹਲੇ ਤੱਕ ਇੱਕ ਬੰਦਾ ਨਹੀਂ ਅਰੈਸਟ ਹੋਇਆ, ਤੇ ਉੱਥੋਂ ਤੁਸੀਂ ਕੀ ਆਸ ਰੱਖਦੇ? ਐਡਾ ਵੱਡਾ ਕਰੋੜਾਂ ਦਾ ਸਕੈਂਡਲ ਹੋਵੇ, ਚੋਰ ਬਜ਼ਾਰੀ ਬੀਆਂ ਦੇ ਕੱਪੜੇ ਦੀ ਹੋਈ ਹੋਵੇ, ਕਿਸਾਨਾਂ ਨੂੰ ਲੁੱਟਿਆ ਗਿਆ ਹੋਵੇ, 20 ਦਿਨਾਂ 'ਚ ਇੱਕ ਅਰੈਸਟ ਨਹੀਂ। ਇਹ ਤੋਂ ਸਪਸ਼ਟ ਹੈ। ਜਿਨ੍ਹਾਂ ਤੇ ਪਰਚਾ ਉਹ ਤਾਂ ਠੋਕ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ। ਇਹ ਤੋਂ ਵੱਧ ਰਲੀ ਮਿਲੀ ਭੁਗਤ ਕਿਹੜੀ ਹੋ ਸਕਦੀ ਹੈ? ਔਰ ਉਹਨਾਂ ਦਾ ਮੁੱਖ ਬੁਲਾਰਾ, ਉਹਨਾਂ ਦੇ ਮੁਨੀਮ ਦਾ ਕੰਮ ਲੱਖੀ ਖਾਦ ਸਟੋਰ ਦਾ ਤੇ ਆਪਣਾ ਲੱਕੀ ਸੀਡ ਸਟੋਰ ਦਾ ਤਾਂ ਕੰਮ ਇਹ ਕਰ ਰਿਹਾ ਮਿਨਿਸਟਰ ਆਪ, ਤੇ ਫਿਰ ਕਿੱਥੋਂ ਇਨਸਾਫ ਮਿਲੂ? ਵਿਕਰਮ ਜੀ, ਕਿਸੇ ਨੇ ਇਹ ਗੱਲ ਨਹੀਂ ਕੀਤੀ ਕੱਲ ਦੀ, ਚਲੋ ਇਹ ਰੌਲਾ ਜਦੋਂ ਪਿਆ ਤੁਸੀਂ ਮੁੱਦਾ ਉਠਾਇਆ ਹੈ ਕਿ ਇਹ ਬੀਜ ਜਿਹੜਾ PR 128 ਇਹ ਨਹੀਂ ਵੇਚਿਆ ਜਾ ਸਕਦਾ। ਸਾਰੇ ਇਹਨੂੰ ਪੋਲੀਟੀਕਲ ਵਾਲੇ ਪਾਸੇ ਲੈ ਗਏ, ਇਹਨੂੰ ਜਿਹੜਾ ਸੁੱਖੀ ਰੰਧਾਵਾ ਵਾਲੇ ਪਾਸੇ ਵੀ ਉਹ ਵੀ ਕਹਿ ਰਿਹਾ ਜੀ ਵਿਕਰਮ ਮਜੀਠੀਆ ਟਾਰਗੇਟ ਕਰ ਰਹੇ ਨੇ। ਪਰ ਇਹਦਾ ਜਵਾਬ ਸਰਕਾਰ ਨੇ ਦਿੱਤਾ ਹੀ ਨਹੀਂ ਕਿ ਇਹ ਵੇਚਿਆ ਜਾ ਸਕਦਾ, ਨਹੀਂ ਵੇਚਿਆ ਜਾ ਸਕਦਾ, ਜਾਂ ਨੁਕਸਾਨ ਜਿਹੜਾ ਕਿਸਾਨਾਂ ਦਾ ਹੋ ਰਿਹਾ ਜੀ। ਦੇਖੋ, ਮੈਂ ਫੇਰ ਉਹੀ ਗੱਲ ਕਰਦਿਆਂ, ਸਾਡੀ ਕਿਸੇ ਨਾਲ ਪਰਸਨਲ ਲੜਾਈ ਨਹੀਂ, ਸਾਡੀ ਕਿਸਾਨਾਂ ਨੂੰ ਬਚਾਉਣ ਦੀ ਗੱਲ ਹੈ। ਕਿਸਾਨਾਂ ਨਾਲ ਜਿਹੜੀ ਧੋਖਾਧੜੀ ਹੋਈ, ਕਿਸਾਨ ਅੱਗੇ ਖੁਦਕੁਸ਼ੀ ਕਰ ਰਿਹਾ। 90,000 ਕਰੋੜ ਦਾ ਕਰਜ਼ਾ, ਜੇ ਉਹਨੂੰ 20 ਤੁਸੀਂ ਵੇਚੋਗੇ, ਜਿਹੜੇ 20 ਮਾਨਤਾ ਪ੍ਰਾਪਤੀ ਨਹੀਂ, ਤੇ ਫਿਰ ਕਿਸਾਨ ਅੱਗੇ ਹੋਰ ਫਾਈਨੈਂਸ਼ੀਅਲ ਲਾਸ 'ਚ ਜਾਊਗਾ ਤੇ ਖੁਦਕੁਸ਼ੀ ਦੀ ਰਾਹ 'ਚ ਉਹਨੂੰ ਤੋਰਨ ਵਾਲਾ ਹੋਰ ਕੋਈ ਨਹੀਂ ਹੋਊਗਾ, ਸਰਕਾਰ ਹੋਊਗੀ। ਔਰ ਇਸ FIR 'ਚ ਸਪਸ਼ਟ ਲਿਖਿਆ ਹੈ ਕਿ ਇਹ 20 ਕੋਈ ਵੀ ਪ੍ਰਾਈਵੇਟ ਪ੍ਰੋਡਿਊਸਰ ਨਾ ਪ੍ਰੋਡਿਊਸ ਕਰ ਸਕਦਾ, ਨਾ ਵੇਚ ਸਕਦਾ। FIR ਤੋਂ ਲਿਖਣ ਤੋਂ ਬਾਅਦ ਵੀ ਜੇ ਪ੍ਰੋਡਿਊਸਰ ਪ੍ਰੈਸ ਕਾਨਫਰੰਸਾਂ ਕਰੇ, ਇਹ ਤੋਂ ਸਪਸ਼ਟ ਹੈ ਕਿ ਕਿੰਨੀ ਵੱਡੀ ਲੈਵਲ ਦੀ ਚੋਰ ਬਜ਼ਾਰੀ ਮਿਲੀ ਭੁਗਤ ਚੱਲ ਰਹੀ ਹੈ। ਜਿਹੜਾ 2 ਫੈਸਲੇ ਜਿਹੜੇ ਕੱਲ ਪੰਜਾਬ ਸਰਕਾਰ ਨੇ ਕੀਤੇ ਆ, ਉਹਦੇ ਅਸੀਂ ਸਖਤ ਵਿਰੋਧ 'ਚ। ਇੱਕ ਜਿਹੜਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ 'ਚ ਬੜੇ ਲੰਮੇ ਸਮੇਂ ਤੋਂ ਤੁਸੀਂ ਯਾਦ ਕਰੋ 2 ਸਾਲ ਪਹਿਲਾਂ ਵੀ, ਔਰ ਸਾਡੀ ਸਰਕਾਰ ਵੇਲੇ ਵੀ ਜਿਹਦੇ ਖਜ਼ਾਨਾ ਮੰਤਰੀ ਸਾਹਿਬ ਮਨਪ੍ਰੀਤ ਸਿੰਘ ਸਨ, ਇਹ ਕਿਸਾਨਾਂ ਨੂੰ ਬਿੱਲ ਲਾਉਣ ਦੀ ਗੱਲ ਕਰਦੇ ਸੀ ਮੋਟਰਾਂ ਦੇ। ਅਸੀਂ ਉਸ ਕੰਮ ਦੇ ਸਖਤ ਖਿਲਾਫ ਹੈ। ਕਿਉਂਕਿ ਕਿਸਾਨ ਅੱਗੇ ਸਟ੍ਰੈਸ 'ਚ ਹੈ, ਔਰ ਕਿਸਾਨਾਂ ਨਾਲ ਵਾਅਦਾ ਕਾਂਗਰਸ ਨੇ ਕੀਤਾ ਕਿ ਬਿੱਲ ਨਹੀਂ ਲਾਊਗੀ।
2002 ਚ ਵੀ ਕੈਪਟਨ ਦੀ ਜਦ ਸਰਕਾਰ ਬਣੀ ਸੀ ਇਹੀ ਕੰਮ ਉਹਨਾਂ ਨੇ ਉਦੋਂ ਕੀਤਾ ਸੀ। ਇਸ ਲਈ ਜੇ ਕਿਸਾਨਾਂ ਨੂੰ ਪਹਿਲਾਂ ਇਹ ਲੁੱਟਦੇ ਆ ਔਰ ਅੱਜ ਜੇ ਉਹਨਾਂ ਨੂੰ ਕਿਸੇ ਤਰੀਕੇ ਦਾ ਬਿੱਲ ਲਾਇਆ ਜਾਂ ਆਰਥਿਕ ਬੋਝ ਪਾਇਆ, ਸ਼੍ਰੋਮਣੀ ਅਕਾਲੀ ਦਲ ਸੜਕਾਂ ਤੇ ਆਊਗੀ, ਡਟ ਕੇ ਉਹਦਾ ਵਿਰੋਧ ਕਰਾਂਗੇ। ਦੂਜੀ ਗੱਲ, ਜਦ ਡਾਕਟਰਾਂ ਦੀ ਘਾਟ ਹੈ, ਇੱਕ ਪਾਸੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਜੀ ਸਾਡੇ ਆ ਕੋਵਿਡ ਦੀ ਲੜਾਈ 'ਚ ਉਹ ਵਾਰੀਅਰਸ ਨੇ ਤੇ ਉਹਨਾਂ ਵਾਰੀਅਰਸ ਦਾ ਚੰਗਾ ਸਨਮਾਨ ਕਰ ਰਹੇ ਹੋ। ਪਹਿਲਾਂ ਤਾਂ ਸਟਾਈਪੰਡ ਨਹੀਂ ਵਧਾਉਂਦੇ ਸੀ, ਜੇ ਇੱਕ ਅੱਧੇ ਕਾਲਜ ਦਾ ਸਟਾਈਪੰਡ ਵਧਾਇਆ, ਦੂਜਿਆਂ ਦਾ ਨਹੀਂ ਵਧਾਇਆ। ਹੁਣ ਤੀਜੀ ਮਾਰ ਮਾਰਨ ਲੱਗੇ ਕਿ ਉਹਨਾਂ ਦੀ ਫੀਸ ਹੀ ਦੇਸ਼ 'ਚੋਂ ਸਭ ਤੋਂ ਵੱਧ ਕਰਤੀ ਹੈ, ਜਦ ਕਿ ਡਾਕਟਰ ਜੇ ਤੁਹਾਡੇ ਕੋਲ ਹੈ ਨਹੀਂ, ਆਉਂਦੇ ਨਹੀਂ, ਵੱਧ ਤੋਂ ਵੱਧ ਲੋਕ ਇਸ ਪ੍ਰੋਫੈਸ਼ਨ ਤੇ ਆਉਣ, ਸੇਵਾ ਕਰ ਸਕਣ ਇਸ ਮਹਾਮਾਰੀ ਦੇ ਖਿਲਾਫ, ਤੇ ਇਹ ਮੌਕਾ ਹੀ ਗਲਤ ਹੈ। ਔਰ ਕਿਸੇ ਤਰੀਕੇ ਦੀ ਫੀਸ ਹਾਈਕ ਜਿਹੜੀ ਸਟੂਡੈਂਟਸ ਲਈ MBBS ਸਟੂਡੈਂਟਸ ਦੇ ਜਾਂ ਹੋਰ ਸਟੂਡੈਂਟਸ ਲਾ ਰਹੇ, ਅਸੀਂ ਉਹਦਾ ਦੇ ਵਿਰੋਧ ਕਰਦੇ ਹਾਂ ਔਰ ਅਸੀਂ ਉਹ ਫੈਸਲੇ ਨੂੰ ਐਂਟੀ ਇਸ ਪੈਂਡੈਮਿਕ ਦੇ ਮੌਕੇ ਤੇ ਜਿਹੜੇ ਲੜਾਈ ਲੜ ਰਹੇ ਆ ਉਹਨਾਂ ਨੂੰ ਹੌਸਲਾ ਅਫਜ਼ਾਈ ਕਰਨ ਦੀ ਜਗ੍ਹਾ ਉਹਨਾਂ ਦੇ ਹੌਸਲੇ ਤੋੜਨ ਵਾਲੀ ਗੱਲ ਹੈ, ਜਿਹਦਾ ਅਸੀਂ ਸਖਤ ਵਿਰੋਧ ਲਾਸਟ ਸਵਾਲ ਜੀ, ਮਤਲਬ ਹੋਟਲਰਸ, ਇੰਡਸਟਰੀਲਿਸਟ, ਆਮ ਬੰਦਾ, ਹਰ ਬੰਦਾ ਮੰਗ ਕਰ ਰਿਹਾ, ਆਸ ਵੀ ਪੂਰੀ ਸੀ ਕੱਲ੍ਹ ਦੀ ਮੀਟਿੰਗ 'ਚ ਫੈਸਲਾ ਲਿਆ ਜਾਊਗਾ 3 ਮਹੀਨੇ ਦੇ ਬਿਜਲੀ ਦੇ ਬਿੱਲ ਵਾਪਸ ਕਰਨ ਦੀ ਜਿਹੜੀ ਮੰਗ ਕੀਤੀ ਜਾ ਰਹੀ, ਪਰ ਸਰਕਾਰ ਵੱਲੋਂ ਅਣਦੇਖੀ ਕੀਤੀ ਗਈ ਹੈ। ਦੇਖੋ ਕੱਲ ਕੀ ਹੋਇਆ ਮੇਰਾ ਵੀਰ, ਕੈਬਨਿਟ 'ਚ ਇਹ ਕਹਿ ਰਿਹਾ ਚੀਫ ਸੈਕਟਰੀ ਨੇ ਸਾਡੇ ਕੋਲ ਹੱਥ ਜੋੜ ਕੇ ਮਾਫੀ ਮੰਗੀ। ਮੈਨੂੰ ਤਾਂ ਜੋ ਪਤਾ ਲੱਗਿਆ ਚੀਫ ਸੈਕਟਰੀ ਨੇ ਹੱਥ ਜੋੜ ਕੇ ਮੰਗੀ, ਇਹਨਾਂ ਨੇ ਘੁੱਟਨੇ ਟੇਕ ਕੇ ਮਾਫੀ ਮੰਗ ਲਈ ਸਾਰੇ ਵਜ਼ੀਰਾਂ ਨੇ। ਹਾਲ ਤਾਂ ਇਹ ਹੋਇਆ, ਜੇ ਇਸ ਕੈਬਨਿਟ 'ਚ 5600 ਕਰੋੜ ਦਾ ਖਜ਼ਾਨੇ ਨੂੰ ਚੂਨਾ ਲੱਗਦਾ ਹੋਵੇ, ਲੋਕਾਂ ਦੇ ਖਜ਼ਾਨੇ ਨੂੰ, ਉਹ ਪੈਸਾ 5600 ਕਰੋੜ ਸਰਕਾਰੀ ਖਜ਼ਾਨੇ 'ਚ ਜਾਣ ਦੀ ਜਗ੍ਹਾ ਕਾਂਗਰਸੀਆਂ ਦੀ ਜੇਬਾਂ 'ਚ ਗਿਆ, ਤੇ ਜਿਨ੍ਹਾਂ ਨੇ ਇਹ ਇਨਸਾਫ ਦਿਵਾਉਣਾ ਸੀ ਉਹ ਜਦ ਰਲ ਜਾਣ ਆਪਸ 'ਚ, ਤੇ ਫਿਰ ਤੁਹਾਨੂੰ ਕਿੱਥੋਂ ਆਸ ਹੈ ਕਿਸੇ ਹੋਟਲ ਵਾਲੇ ਨੂੰ, ਕਿਸੇ ਦਿਹਾੜੀਦਾਰ ਨੂੰ, ਕਿਸੇ ਮਜ਼ਦੂਰ ਨੂੰ, ਕਿਸੇ ਖੇਤ ਮਜ਼ਦੂਰ ਨੂੰ ਕਿਸੇ ਤਰੀਕੇ ਦੀ ਰਾਹਤ ਮਿਲਣੀ ਹੈ। ਇਸੇ ਲਈ ਕੱਲ ਜਿੰਨੀ ਕੈਬਨਿਟ ਸੀ ਉਹਨਾਂ ਨੇ ਸਿਰਫ ਆਪਣਾ ਸੋਚਿਆ, ਆਪਣੀ ਜੇਬਾਂ ਦਾ ਸੋਚਿਆ, ਉਹਨਾਂ ਨੇ ਸਰਕਾਰ ਦੇ ਖਜ਼ਾਨੇ ਦੀ ਲੁੱਟ ਦਾ ਕੋਈ ਜ਼ਿਕਰ ਕੋਈ ਨਹੀਂ। ਇੱਕ ਹੱਥ ਜੋੜ ਕੇ ਮਾਫੀ ਮੰਗੇ ਤੇ ਵਜ਼ੀਰ ਘੁੱਟਨੇ ਟੇਕ ਕੇ ਹੱਥ ਜੋੜ ਕੇ ਮਾਫੀ ਮੰਗਣ, ਕੱਲਾ ਉਹ ਹੋਇਆ। ਇਸ ਲਈ ਅਸੀਂ ਫੇਰ ਜੋ ਮੰਗ ਅਸੀਂ ਅੱਜ ਤੋਂ ਮਹੀਨਾ ਪਹਿਲਾਂ ਕੀਤੀ ਸੀ ਕਿ ਹਰ ਦਿਹਾੜੀਦਾਰ ਦੀ ਮਹੀਨੇ ਦੀ 6000